परम सत्कारयोग सतगुरां दी साजी निवाजी गुरु रूप प्यारी साध संगत जी, सतगुरां ने अमृत वेला बख्शिश कीता है। जद भी बख्शिंद परमात्मा मेहर करते ने, हर एक प्राणी नूं नाम दी दात बख्शिश करते ने। मनुखता नूं वारी वारी सुचेत करते ने कुदरती निजमां दे विच कि जिहड़ा तू रात नूं सुत्ता सी, रात दी नींदरा नूं छोटी मौत मन्निया गया है। कुदरती निजमां दे विच हर एक मनुख इस छोटी मौत दे वस पै के ही फिर जिहड़ा अगाहां वाला उहदा दिन है ये शुरू हुंदा है। कुदरत दे निजम ने दिन किस तों पता लगदा है कि दिन चढ़िया है? सूरज तो पता लगता है, चानने तो पता लगता है। तेरी जिंदगी दे अंदर बिल्कुल काली रात है। जिस दिन गुरु दे शब्द तेरे अंदर गया, दिन की तरह चानना ही चानना तेरी जिंदगी अंदर हो जाना है। अंधकार दी रात विचों निकले कुदरत ने तैनों दिन बख्शिया है, तो इस दिन तो पूरे का पूरा जिहड़ा है लाहा जिहड़ा है वो प्राप्त कर लै। ज्यों ही दिन की शुरुआत हुंदी है, रब दे प्यारे पहलां परमात्मा दे शुकराने विच जुड़ बैठते हैं कि परमात्मा शुक्र है तेरा, जिसने ये रात बख्शी। शुक्र है तेरा जेड़े हुण आप जी दिन बख्श रहे हो, क्योंकि रात नूं धार्मिक ग्रंथां दे विच छोटी मौत मन्निया गया है। भावें बंदा मौत तो बड़ा डरदा है, बड़ा भजदा है, पर कुदरत दे निजम ने रात ते हर एक दी जिंदगी दे विच आउणी ही आउणी है। बचपने तो लेके कुदरत अपने निजमां विच बंदे नूं रख के इहनूं समझाउण दे यतन करदी है कि जे तू चानणे तक, गुरु तक, परमात्मा तक पहुँचण दे यतन करने ने, पहुँचना चाहुंदा है, ते तैनूं पहलां अंधकार दी कालख दी रात विच दी निकलना पैना है। वड्डी मौत तक पहुँचना है तो छोटी मौत दे विच दी जाना पैना है। चानणे तक पहुँचना है तो अंधकार दे विच दी तैनूं लंघना ही पैना है। ते परमात्मा दा दर भी जिहड़ा है, अगाहां को तरांग पिछा फेर ना मोड़ड़ा, नानक सिंज अवेहा वार बहुड़ न होवे जन्मड़ा। जिहड़ा परमात्मा दा घर है, ये भी मौत तो अगाहां जाके मनुख की प्राप्ति हुंदी है। बचपने तो जवानी, जवानी तो वडेपा, वडेपे तो अगे मौत, मौत तो अगे अकाल, काल, काल तो अगे अकाल है। तो गुरु साहिब जी महाराज ने बख्शिंद परमात्मा अपनी मेहर करते ने कि मनुखता नूं अमृत वेले संगत दीयां कड़ियां जिहड़ियां वो प्राप्त हो जांदियां।
ਤੇ ਸੰਗਤ ਦੀਆਂ ਘੜੀਆਂ ਇਸ ਵਾਸਤੇ ਗੁਰੂ ਨਾਨਕ ਨੇ ਅੰਮ੍ਰਿਤ ਵੇਲਾ ਚੁਣਿਆ ਤਾਂ ਕਿ ਇਸ ਵੇਲੇ ਦੇ ਵਿੱਚ ਜਿਹੜਾ ਤੇਰਾ ਸਰੀਰ ਹੈ, ਸਰੀਰ ਦੀਆਂ ਜਿੰਨੀਆਂ ਵੀ ਤੇਰੀਆਂ ਅੰਤੜੀਆਂ ਨੇ ਉਹ ਬਿਲਕੁਲ ਨਿਰਲੇਪਤਾ ਦੇ ਵਿੱਚ ਹੁੰਦੀਆਂ ਨੇ, ਤੰਦਰੁਸਤੀ ਦੇ ਵਿੱਚ ਹੁੰਦੀਆਂ ਨੇ। ਅਤੇ ਜਿਹੜਾ ਤੇਰਾ ਮਨ ਹੈ ਇਹ ਵੀ ਇਸੇ ਵਕਤ ਦੇ ਵਿੱਚ ਜਾ ਕੇ ਜਿਹੜਾ ਇਕਾਗਰਤਾ ਦੇ ਵਿੱਚ ਹੁੰਦਾ ਹੈ। ਦੁਨੀਆਦਾਰੀ ਦੇ ਜਿੰਨੇ ਵੀ ਕੰਮ ਧੰਦੇ ਨੇ, ਕਾਰ ਵਿਹਾਰ ਨੇ, ਉਹਨਾਂ ਸਾਰਿਆਂ ਦਾ ਮੇਲ ਮਿਲਾਪ ਕਰੀ ਜਾਈਏ ਤੇ ਅੰਮ੍ਰਿਤ ਵੇਲੇ ਮੱਲੋ ਮੱਲੀ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਮਨੁੱਖ ਦੇ ਚਿੱਤ ਵਿੱਚ ਆਉਂਦਾ ਹੈ। ਕੋਈ ਬਹੁਤਾ ਸ਼ੋਰ ਸ਼ਰਾਬਾ ਨਹੀਂ ਹੈ, ਕੋਈ ਅੰਮ੍ਰਿਤ ਵੇਲੇ ਚੋਰ ਦਾ ਡਰ ਨਹੀਂ, ਕੋਈ ਡਾਕੂ ਦਾ ਡਰ ਨਹੀਂ, ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਕੁਦਰਤ ਦੇ ਇਹ ਨਿਯਮ ਨੇ। ਤਾਂ ਗੁਰੂ ਨਾਨਕ ਮਹਾਰਾਜ ਨੇ ਇਹ ਜਿਹੜਾ ਸੀ ਅੰਮ੍ਰਿਤ ਵੇਲੇ ਦੀ ਚੋਣ ਕਰਕੇ ਦਿੱਤੀ ਹੈ ਗੁਰਸਿੱਖ ਨੂੰ ਕਿ ਤੂੰ ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਸਿਮਰਨ ਜਿਹੜਾ ਹੈ ਉਹ ਕਰਨਾ ਹੀ ਕਰਨਾ ਹੈ। ਤੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਬੈਠੇ ਨੇ, ਪਰਮਾਤਮਾ ਨੂੰ ਆਪਣੀ ਬੋਲੀ ਦੇ ਵਿੱਚ ਆਪਣੇ ਸੁੱਖ ਦੁੱਖ ਦੱਸਦੇ ਨੇ ਅਤੇ ਬੜੇ ਆਨੰਦ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਬੋਲਾਂ ਨੂੰ ਸੁਣਦੇ ਨੇ। ਕਿਉਂਕਿ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ, ਹਰ ਇੱਕ ਬੋਲ ਦੇ ਪਿੱਛੇ ਪ੍ਰੇਮ ਪਿਆਰ ਹੋਵੇ ਤੇ ਪਰਮਾਤਮਾ ਹਰ ਇੱਕ ਭਾਸ਼ਾ ਨੂੰ ਸਮਝਦਾ ਹੈ, ਬੋਲਦਾ ਹੈ। ਅਸੀਂ ਆਪਣੀ ਬੋਲੀ ਪਰਮਾਤਮਾ ਨੂੰ ਨਹੀਂ ਸਮਝਾ ਸਕਦੇ। ਬਿਹਤਰ ਇਹੀ ਹੈ, ਗੁਰੂ ਨਾਨਕ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਦੀ ਬੋਲੀ ਸਮਝਣ ਦੇ ਯਤਨ ਕਰ। ਅਸੀਂ ਕਿਸੇ ਦੇ ਨਾਲ ਮੇਲ ਮਿਲਾਪ ਕਰਨਾ ਹੈ, ਜਾਂ ਤੇ ਅਸੀਂ ਉਹਦੇ ਵਰਗੇ ਬਣ ਜਾਂਦੇ ਹਾਂ ਜਾਂ ਉਹਨੂੰ ਆਪਣੇ ਵਰਗਾ ਬਣਾ ਲੈਂਦੇ ਹਾਂ। ਕੁਦਰਤੀ ਨਿਯਮਾਂ ਦੇ ਵਿੱਚ ਮਨੁੱਖ ਦੇ ਨਾਲ ਸਾਂਝ ਇੰਝ ਹੀ ਪਾਉਂਦਾ ਹੈ। ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ ਤੇ ਆਪਣੇ ਵਰਗਾ ਤੇ ਅਸੀਂ ਪਰਮਾਤਮਾ ਨੂੰ ਬਣਾ ਨਹੀਂ ਸਕਦੇ। ਬਿਹਤਰ ਇਹੀ ਹੈ ਕਿ ਅਸੀਂ ਖੁਦ ਹੀ ਪਰਮਾਤਮਾ ਜੈਸੇ ਬਣ ਜਾਈਏ। ਆਪਣੀ ਬੋਲੀ ਅਸੀਂ ਪਰਮਾਤਮਾ ਨੂੰ ਨਹੀਂ ਸਮਝਾ ਸਕਦੇ। ਬਿਹਤਰ ਜ਼ਿੰਦਗੀ ਹੈ ਕਿ ਪਰਮਾਤਮਾ ਦੀ ਬੋਲੀ ਹੀ ਅਸੀਂ ਸਮਝ ਲਈਏ ਤੇ ਪਰਮਾਤਮਾ ਦੀ ਬੋਲੀ ਸਮਝਣ ਵਾਸਤੇ ਮਨੁੱਖਤਾ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ। ਕਿਉਂਕਿ ਪਹਿਲਾਂ ਸੁਣਿਆ ਤੇ ਫਿਰ ਉਸ ਨੂੰ ਸਮਝਣ ਦੇ ਯਤਨ ਕਰਦੇ ਨੇ। ਤੇ ਜੇ ਕਿਸੇ ਨੇ ਪਰਮਾਤਮਾ ਦੀ ਬੋਲੀ ਸਮਝਣੀ ਹੋਵੇ ਤੇ ਆਸਾਨ ਵੀ ਬੜੀ ਹੈ, ਕਿਉਂਕਿ ਪਰਮਾਤਮਾ ਤੇ ਬੜੇ ਸੁਚੱਜੇ ਢੰਗ ਦੇ ਨਾਲ ਕਹੇ ਨੇ, ਜਿਨ ਪ੍ਰੇਮ ਕਿਓ ਤਨ ਹੀ ਪ੍ਰਾਪਾਇਓ। ਜਿੰਨੇ ਵੀ ਤੂੰ ਬੋਲ ਬੋਲਣਾ ਹੈ, ਇਹਨਾਂ ਸਾਰਿਆਂ ਦੇ ਪਿੱਛੇ ਜੇ ਪ੍ਰੇਮ ਛੁਪਿਆ ਹੋਇਆ, ਪਿਆਰ ਛੁਪਿਆ ਹੋਇਆ, ਸਮਝ ਲਈ ਪਰਮਾਤਮਾ ਦੇ ਬੋਲ ਨੇ। ਜਿਹੋ ਜੀ ਬੋਲੀ ਪਰਮਾਤਮਾ ਬੋਲਦਾ ਹੈ, ਉਹੀ ਬੋਲੀ ਜਿਸ ਦਿਨ ਤੇਰੀ ਵਿਚਾਰਧਾਰਾ ਦੇ ਵਿੱਚ ਆ ਗਈ, ਮਹਾਰਾਜ ਕਹਿੰਦੇ ਫਿਰ ਤੋਂ ਪਰਮਾਤਮਾ ਦਾ ਰੂਪ ਹੋ ਜਾਣਾ ਹੈ। ਉਹੀ ਬੋਲੀ, ਪਰ ਉਹ ਬੋਲੀ ਆਉਣੀ ਬੜੀ ਔਖੀ ਹੈ। ਆਸਾਨ ਵੀ ਹੈ, ਔਖੀ ਵੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਬਿਹਤਰ ਜ਼ਿੰਦਗੀ ਹੈ ਕਿ ਤੂੰ ਪਰਮਾਤਮਾ ਦੇ ਨਾਲ ਜੁੜ ਬੈਠ ਤੇ ਪਰਮਾਤਮਾ ਜੈਸਾ ਹੋ ਜਾ। ਗੁਰੂ ਸਾਹਿਬ ਜੀ ਮਹਾਰਾਜ ਨੇ ਤੇ ਆਪਣਾ ਹੀ ਰੂਪ ਦਿੱਤਾ ਹਰ ਇੱਕ ਨੂੰ। ਜਿੱਥੇ ਕੁੰਤੀ ਅਸਥਾਨ ਹੈ, ਜਿੱਥੇ
ਪੰਜ ਪਾਂਡਵਾਂ ਦੀ ਮਾਂ ਦੇ ਨਾਮ 'ਤੇ ਹੈ। ਬਹੁਤ ਵੱਡਾ ਤੀਰਥ ਹੈ। ਉੱਥੇ ਪਾਣੀ ਦੀ ਬੜੀ ਕਮੀ ਸੀ ਤੇ ਅਰਜਨ ਨੇ ਤੀਰ ਮਾਰ ਕੇ ਉੱਥੋਂ ਪਾਣੀ ਕੱਢਿਆ ਸੀ। ਅੱਜ ਬੜਾ ਸਰੋਵਰ ਬਣਿਆ ਹੋਇਆ ਉੱਥੇ। ਉਸੇ ਜਗ੍ਹਾ 'ਤੇ ਉਦੈਪੁਰ ਜਿਹੜਾ ਰਾਜਾ ਸੀ, ਉਦੈਪੁਰ ਦੀ ਰਾਜੇ ਦੀ ਬੇਟੀ ਸੀ ਪਦਮਾ। ਤੇ ਉਹ ਪਦਮਾ ਨੇ ਸ਼ਾਇਰੀ ਲਿਖਣ ਦੀ ਉਹ ਸ਼ੌਕੀਨ ਸੀ। ਸ਼ਾਇਰੀ ਲਿਖਦੇ ਰਹਿਣਾ, ਕੁਦਰਤ ਬਾਰੇ ਲਿਖਦੇ ਰਹਿਣਾ, ਆਪਣੇ ਬੋਲ ਲਿਖਦੇ ਰਹਿਣਾ, ਇਹ ਉਹਦਾ ਸ਼ੌਂਕ ਸੀ। ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਸ਼ੌਂਕ ਹੁੰਦਾ ਹੈ, ਹੁੰਦਾ ਇੱਕੋ ਹੀ ਹੈ। ਉਹਦਾ ਸ਼ੌਂਕ ਸੀ ਪਦਮਾਵਤੀ ਦਾ ਸ਼ਾਇਰੀ ਲਿਖਣਾ। ਤੇ ਸ਼ਾਇਰੀ ਦੇ ਵਿੱਚ ਹੀ ਜਿਸ ਜਿਹੜਾ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਹੱਥ ਲਿਖਤ ਸ਼ਾਇਰੀ ਉਸ ਦੇ ਹੱਥ ਲੱਗ ਗਈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਾਇਰ ਲਿਖਾਰੀ ਬੜੇ ਹੋਏ ਨੇ। ਜਿਨ੍ਹਾਂ ਵਰਗਾ ਸਮਾਜ ਦੇ ਵਿੱਚ ਕੋਈ ਵੀ ਲਿਖਾਰੀ ਨਹੀਂ ਹੋਇਆ। ਤੇ ਉਹ ਪਦਮਾ ਨੇ ਕੀ ਕੀਤਾ, ਜਦੋਂ ਸ਼ਾਇਰੀ ਪੜ੍ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਹੱਥ ਲਿਖਤ, ਲਿਖਦੀ ਆਪ ਬੜੀ ਸੀ ਤੇ ਉਹਨੂੰ ਬੜਾ ਨੇਹੋ ਹੋ ਗਿਆ ਕਲਗੀਧਰ ਮਹਾਰਾਜ ਦੇ ਚਰਨਾਂ ਨਾਲ। ਜਦੋਂ ਬੜਾ ਨੇਹੋ ਹੋਇਆ ਕਿ ਕਲਗੀਧਰ ਮਹਾਰਾਜ ਜੀ ਇਹੋ ਜਿਹੀ ਸ਼ਾਇਰੀ ਲਿਖਦੇ ਨੇ ਜਿਹੋ ਜਿਹੀ ਸ਼ਾਇਰੀ ਅੱਜ ਤੱਕ ਮੇਰੇ ਦਿਮਾਗ ਦੇ ਵਿੱਚ ਨਹੀਂ ਆਈ। ਕਿਉਂਕਿ ਜਿਹੋ ਜਿਹਾ ਕੋਈ ਜਮਾਤੀ ਹੁੰਦਾ ਨਾ, ਜਦੋਂ ਜਮਾਤੀ ਨੂੰ ਜਮਾਤੀ ਮਿਲਦਾ ਉਹਨਾਂ ਦਾ ਬਹੁਤ ਜਲਦੀ ਆਪਸ ਵਿੱਚ ਦੀ ਸੰਬੰਧ ਜੁੜ ਜਾਂਦਾ ਹੈ। ਕੋਈ ਸ਼ਾਇਰ ਹੈ, ਜਦੋਂ ਉਹਨੂੰ ਕੋਈ ਸ਼ਾਇਰੀ ਮਿਲ ਗਿਆ ਉਹਨਾਂ ਦਾ ਸੰਬੰਧ ਬੜਾ ਜੁੜੇਗਾ। ਕੁਦਰਤੀ ਨਿਯਮਾਂ ਦੇ ਵਿੱਚ ਨੇ, ਕੋਈ ਅਫਸਰ ਲੱਗਿਆ ਹੋਇਆ ਹੈ, ਉਹਨੂੰ ਉਸ ਦੀ ਜਮਾਤ ਦਾ ਅਫਸਰ ਮਿਲੇਗਾ, ਉਹਨਾਂ ਦਾ ਬੜਾ ਸੰਬੰਧ ਜੁੜੇਗਾ। ਜਿਸ ਤਰ੍ਹਾਂ ਕੁਦਰਤੀ ਨਿਯਮ ਨੇ, ਬਜ਼ੁਰਗ ਬਜ਼ੁਰਗਾਂ ਕੋਲ ਬੈਠ ਕੇ ਰਾਜੀ ਹੈ, ਨੌਜਵਾਨ ਨੌਜਵਾਨਾਂ ਕੋਲੇ ਬੈਠ ਕੇ ਰਾਜੀ ਹੈ, ਬੱਚੇ ਬੱਚਿਆਂ ਨਾਲ ਖੇਲ ਕੇ ਰਾਜੀ ਨੇ। ਜਮਾਤੀ ਨੂੰ ਜਦੋਂ ਜਮਾਤੀ ਮਿਲਦਾ ਹੈ, ਅਥਾਹ ਪਿਆਰ ਹੋ ਗਿਆ ਕਲਗੀਧਰ ਮਹਾਰਾਜ ਦੇ ਚਰਨਾਂ ਨਾਲ। ਇਤਨੀ ਪਿਆਰੀ ਸ਼ਾਇਰੀ। ਉਦੈਪੁਰ ਨੂੰ ਆਪਣੇ ਪਿਤਾ ਨੂੰ ਕਹਿਣ ਲੱਗੀ ਪਿਤਾ ਜੀ, ਮੈਂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨੇ ਚਾਹੁੰਦੀ ਹਾਂ। ਉਹਨਾਂ ਸਮਿਆਂ ਦੇ ਵਿੱਚ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਸੀ। ਉਦੈਪੁਰ ਦਾ ਰਾਜਾ ਕਹਿਣ ਲੱਗੇ ਬੇਟੀ ਠੀਕ ਹੈ, ਜਦੋਂ ਕੋਈ ਪਰਮਾਤਮਾ ਨੂੰ ਚਾਹਿਆ ਤੇ ਤੈਨੂੰ ਦਰਸ਼ਨ ਦੀਦਾਰੇ ਹੋ ਜਾਣਗੇ। ਕਿਉਂਕਿ ਮਾਂ ਔਰ ਬਾਪ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਬੱਚੇ ਨੇ ਇਹ ਅਕਸਰ ਵੱਡੇ ਹੋ ਕੇ ਕੀ ਕਰਨਗੇ। ਤੇ ਸ਼ਾਇਰੀ ਉਹ ਲਿਖਦੀ ਸੀ, ਕਲਗੀਧਰ ਮਹਾਰਾਜ ਦੀ ਸ਼ਾਇਰੀ ਉਹਦੇ ਕੋਲ ਪਹੁੰਚ ਗਈ ਤੇ ਉਸ ਰਾਜੇ ਨੂੰ ਪਤਾ ਸੀ ਕਿ ਹੁਣ ਇਹ ਮੇਰੀ ਬੇਟੀ ਕਲਗੀਧਰ ਮਹਾਰਾਜ ਨੂੰ ਮਿਲ ਕੇ ਹੀ ਰਹੇਗੀ। ਕਿਉਂਕਿ ਉਹ ਜਿਹੜਾ ਰਾਜਾ ਵੀ ਸੀ ਉਦੈਪੁਰ ਦਾ, ਉਹ ਰਾਜਾ ਵੀ ਕਲਗੀਧਰ ਮਹਾਰਾਜ ਦੇ ਚਰਨਾਂ ਦਾ ਸੇਵਕ ਸੀ। ਸਮਾਂ ਬਤੀਤ ਹੋਇਆ, ਜਦੋਂ ਉਹਨੂੰ ਪਤਾ ਲੱਗਿਆ ਕਿ ਕਲਗੀਧਰ ਮਹਾਰਾਜ ਇਸ ਰਸਤੇ ਦੇ ਵਿੱਚ ਆਏ ਹੋਏ ਨੇ ਤੇ ਕਲਗੀਧਰ ਮਹਾਰਾਜ ਨੂੰ ਪਦਮਾ ਸੀ ਜਿਹੜੀ ਉਹ ਮਿਲ ਚਲੀ ਗਈ। ਦਰਸ਼ਨ ਦੀਦਾਰੇ ਮਹਾਰਾਜ ਦੇ ਕੀਤੇ
ਤੇ ਮਹਾਰਾਜ ਜੀਆਂ ਨੇ ਆਸ਼ੀਰਵਾਦ ਕਲਗੀਧਰ ਮਹਾਰਾਜ ਨੇ ਪਦਮਾ ਨੂੰ ਦਿੱਤਾ। ਕਹਿਣ ਲੱਗੀ ਮਹਾਰਾਜ ਮੈਂ ਸ਼ਾਇਰੀ ਲਿਖਣ ਦੀ ਬੜੀ ਸ਼ੌਕੀਨ ਹੈ ਤੇ ਆਪ ਜੀ ਕਿਰਪਾ ਕਰੋ ਮੈਨੂੰ ਸ਼ਾਇਰੀ ਵੱਧ ਤੋਂ ਵੱਧ ਜਿਹੜੀ ਹੈ ਉਹ ਮੇਰੇ ਦਿਮਾਗ ਦੇ ਵਿੱਚ ਚੱਲਦੀ ਰਹੇ। ਕਲਗੀਧਰ ਮਹਾਰਾਜ ਕਹਿਣ ਲੱਗੇ ਬੇਟੀ ਜੋ ਤੈਨੂੰ ਚਾਹੀਦਾ ਉਹ ਤੈਨੂੰ ਪਰਮਾਤਮਾ ਵੱਲੋਂ ਮਿਲ ਜਾਣਾ ਹੈ। ਚਲੋ ਜਿਹੋ ਜਿਹਾ ਜਿਹੜੇ ਮਾਰਗ ਤੇ ਤੁਸੀਂ ਚੱਲੇ ਹੋ ਪਰਮਾਤਮਾ ਇਸੇ ਹੀ ਮਾਰਗ ਤੇ ਤੁਹਾਨੂੰ ਜਿਹੜੀ ਹੈ ਉਹ ਤਰੱਕੀ ਬਖਸ਼ੇ। ਆਸ਼ੀਰਵਾਦ ਕਲਗੀਧਰ ਮਹਾਰਾਜ ਦਾ ਲੈ ਕੇ ਚਲੀ ਗਈ। ਸਾਰੀ ਜ਼ਿੰਦਗੀ ਉਸਨੇ ਸ਼ਾਦੀ ਨਹੀਂ ਕਰਵਾਈ। ਸ਼ਾਇਰੀ ਲਿਖਦੀ ਰਹੀ। ਇਤਨਾ ਪਿਆਰ ਸ਼ਾਇਰੀ ਦੇ ਨਾਲ ਜੋ ਹੋਇਆ ਆਪਣੇ ਪਿਤਾ ਨੂੰ ਕਹਿਣ ਲੱਗੀ ਪਿਤਾ ਜੀ ਹੁਣ ਕਲਗੀਧਰ ਮਹਾਰਾਜ ਨੇ ਰਹਿਮਤਾਂ ਕੀਤੀਆਂ ਨੇ ਜਿਹੜੀ ਹੁਣ ਸ਼ਾਇਰੀ ਨਿਕਲਦੀ ਹੈ ਨਾ ਹੁਣ ਲਿਖਤ ਨਿਕਲਦੀ ਹੈ ਮੇਰੇ ਦਿਮਾਗ ਦੇ ਵਿੱਚੋਂ ਇਹ ਪਹਿਲਾਂ ਨਹੀਂ ਨਿਕਲਦੀ ਸੀ। ਤੇ ਆਪ ਜੀ ਕਿਰਪਾ ਰੱਖਿਓ ਵੀ ਜਿਹੋ ਜਿਹਾ ਹੁਣ ਤੁਹਾਨੂੰ ਮੈਂ ਬਚਨ ਕਰਦਿਆਂ ਮੇਰਾ ਬਚਨ ਮੰਨ ਲਿਆ ਕਰੋ। ਪੁਰਾਣੇ ਜ਼ਮਾਨਿਆਂ ਦੇ ਰਾਜੇ ਮਹਾਰਾਜੇ ਅਕਸਰ ਆਪਣੀ ਔਲਾਦ ਨੂੰ ਜਿਹੜਾ ਸੀ ਉਹਨਾਂ ਦੀ ਗੱਲ ਨੂੰ ਮੰਨਦੇ ਹੁੰਦੇ ਸੀ। ਹਰ ਕੋਈ ਮੰਨਦਾ ਹੈ ਆਪਣੀ ਔਲਾਦ ਦੀ ਗੱਲ। ਜਨਮ ਜਿਸ ਮਾਂ ਬਾਪ ਨੇ ਦਿੱਤਾ ਹੈ ਤੇ ਹਰ ਇੱਕ ਮਾਂ ਬਾਪ ਆਪਣੇ ਪੁੱਤਰ ਧੀਆਂ ਦੀ ਗੱਲ ਮੰਨਦਾ ਹੈ। ਤੇ ਮੰਨਣਾ ਉਹਨਾਂ ਦਾ ਫਰਜ਼ ਵੀ ਬਣਦਾ ਹੈ। ਭਾਵੇਂ ਸਮਾਜ ਦੇ ਵਿੱਚ ਬੜਾ ਕੁਝ ਚੱਲ ਰਿਹਾ ਹੈ ਪਰ ਗੁਰੂ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਇਹ ਜਿਹੜੇ ਪਰਿਵਾਰਕ ਰਿਸ਼ਤੇ ਨਾਤੇ ਨੇ ਇਹਨਾਂ ਦੇ ਪਿਆਰ ਦੀ ਗੱਲ ਮਹਾਰਾਜ ਜੀ ਕਰਦੇ ਨੇ। ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ। ਇਹ ਜਿਹੜੇ ਦੁਨੀਆਦਾਰੀ ਦੇ ਰਿਸ਼ਤੇ ਨਾਤੇ ਨੇ ਜਿਹੜੇ ਗੁਰਬਾਣੀ ਨੇ ਸਿੱਧ ਕੀਤੇ ਨੇ ਮਹਾਰਾਜ ਕਹਿੰਦੇ ਨੇ ਕਿ ਇਹਨਾਂ ਦਾ ਜਿਹੜਾ ਸਭ ਤੋਂ ਅਥਾਹ ਪਿਆਰ ਆਪਸ ਵਿੱਚ ਹੀ ਹੁੰਦਾ ਹੈ। ਮਾਏ ਬਾਪ ਕੋ ਬੇਟਾ ਨੀਕਾ ਸਾਰੀ ਜ਼ਿੰਦਗੀ ਮਾਂ ਬਾਪ ਆਪਣੇ ਬੱਚੇ ਨੂੰ ਆਪਣਾ ਛੋਟਾ ਸਮਝ ਕੇ ਪਿਆਰ ਬਖਸ਼ਦੇ ਨੇ ਸਾਰੀ ਜ਼ਿੰਦਗੀ। ਸਾਰੀ ਜ਼ਿੰਦਗੀ ਤੇਰਾ ਫਰਜ਼ ਹੈ ਕਿ ਤੂੰ ਆਪਣੀ ਔਲਾਦ ਨੂੰ ਪਿਆਰ ਦੇ। ਕਾਰਨ ਤਾਂ ਕਿ ਜਿਹੜੀ ਤੇਰੀ ਔਲਾਦ ਹੈ ਤੇਰੇ ਦਿੱਤੇ ਹੋਏ ਸੰਸਕਾਰਾਂ ਦੀ ਬਦੌਲਤ ਉਹ ਵੀ ਗਾਹਾਂ ਆਪਣੀ ਔਲਾਦ ਨੂੰ ਇਹੀ ਸੰਸਕਾਰ ਦੇ ਸਕਣ ਉਹ ਵੀ ਅਗਾਹਾਂ ਦੇ ਸਕਣ। ਅਗਰਵਾਈਜ਼ ਜੇ ਤੂੰ ਹੀ ਨਫ਼ਰਤ ਦੇ ਚੁੱਕਿਆ ਹੈ ਤੇ ਫਿਰ ਉਹਨਾਂ ਨੇ ਅਗਾਹਾਂ ਤੇ ਨਫ਼ਰਤ ਭਰ ਜਾਣੀ ਉਹਨਾਂ ਦੇ ਅੰਦਰ। ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਵਤ ਭਾਈ। ਇਹ ਦੁਨੀਆ ਨੇ ਸਾਰੇ ਦੇ ਸਾਰੇ ਰਿਸ਼ਤੇ ਨਾਤੇ ਵਿਗਾੜ ਕੇ ਰੱਖ ਲਏ ਨੇ। ਭਾਵੇਂ ਇਹ ਗੱਲ ਅਸੀਂ ਬੜੀ ਦਲੀਲ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਇੱਥੇ ਆਇਆਂ ਨੂੰ ਪੁੱਛਦੇ ਨੇ ਕਿ ਇੰਨੀ ਬਾਣੀ ਪੜ੍ਹੀ ਜਾ ਰਹੀ ਹੈ ਸਾਰੀ ਗੁਰਬਾਣੀ ਦੇ ਵਿੱਚੋਂ ਇੱਕੋ ਹੀ ਗੱਲ ਪਰਮਾਤਮਾ ਦੀ ਕੱਢ ਕੇ ਦਿਖਾ ਜਿਹੜੀ ਤੂੰ ਪਰਮਾਤਮਾ ਦੀ ਗੱਲ ਮੰਨੀ ਹੋਵੇ। ਇੱਕੋ ਹੀ ਗੱਲ ਕੱਢ ਕੇ ਦਿਖਾ। ਸਾਰੀ ਗੁਰਬਾਣੀ ਪੜ੍ਹੀ ਜਾ ਰਹੀ ਹੈ। ਸਾਰੀ ਗੁਰਬਾਣੀ ਬੜੇ ਸੁਚੱਜੇ ਢੰਗ ਦੇ ਨਾਲ ਸੁਣਦਾ ਵੀ ਹੈ। ਵੈਸੇ ਮੈਂ ਇਹ ਗੱਲ ਕਹਿ ਚੁੱਕਿਆ ਕਿ ਸੁਚੱਜੇ ਢੰਗ ਦੇ ਨਾਲ ਸੁਣਦਾ ਵੈਸੇ ਸੁਣਦਾ ਤਾਂ ਕੋਈ ਨਹੀਂ। ਤੇ ਜੇ ਕੋਈ ਚੰਦ ਮਿੰਟ ਕਿਸੇ ਨੂੰ ਬੈਠਣਾ ਵੀ ਪੈ ਜੇ ਤੇ ਫਿਰ ਉਹ ਤੇ ਹਮੇਸ਼ਾ ਇਸੇ ਹੀ ਗੱਲ ਤੇ ਖੜਾ ਰਹਿੰਦਾ ਕਿ ਕਿੰਨਾ ਸਮਾਂ ਲੱਗਿਆ। ਮੈਂ ਪਹਿਲੇ ਵੀ ਬੜੇ ਵਾਰੀ ਅਰਜ਼ ਕੀਤੀ ਹੈ ਕਦੇ ਵੀ ਗੁਰਬਾਣੀ ਨੂੰ ਪੜ੍ਹਦਿਆਂ ਕਦੇ ਵੀ ਗੁਰਬਾਣੀ ਨੂੰ ਸੁਣਦਿਆਂ ਸਮਾਂ ਨਾ ਦੇਖੋ।
ਸਮਾਂ ਕੀ ਹੈ? ਸਮਾਂ ਇੱਕ ਕਾਲ ਹੈ, ਮੌਤ ਹੈ। ਸਮੇਂ ਨੇ ਸਾਨੂੰ ਪੈਦਾ ਕੀਤਾ ਤੇ ਸਮਾਂ ਸਾਨੂੰ ਮਿਟਾਵੇਗਾ। ਸਮਾਂ ਕਾਲ ਹੈ, ਮੌਤ ਹੈ। ਇਹਦੇ ਨਾਲ ਅਸੀਂ ਗੁਰਬਾਣੀ ਨੂੰ ਜੋੜ ਰਹੇ ਹਾਂ, ਸਮੇਂ ਦੇ ਨਾਲ। ਮੌਤ ਦੇ ਨਾਲ ਅਸੀਂ ਗੁਰਬਾਣੀ ਨੂੰ ਜੋੜ ਰਹੇ ਹਾਂ। ਹਾਲਾਂਕਿ ਇਸ ਮੌਤ ਨੂੰ ਜੋੜਨਾ ਗੁਰਬਾਣੀ ਦੇ ਨਾਲ ਸੀ। ਇਸ ਸਮੇਂ ਨੂੰ ਅਸੀਂ ਸਫਲਾ ਕਰਨਾ ਸੀ ਤਾਂ ਕਿ ਇਹ ਸਮੇਂ, ਜਿਹੜੇ ਸਮੇਂ ਦੇ ਵਿੱਚ ਅਸੀਂ ਬੈਠੇ ਹਾਂ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਈਏ। ਸਮੇਂ ਨੂੰ, ਕਾਲ ਨੂੰ। ਤੇ ਉਹ ਵਿਚਾਰੇ ਸਾਰੀ ਜ਼ਿੰਦਗੀ ਘੜੀਆਂ ਹੀ ਦੇਖਦੇ ਰਹਿ ਜਾਂਦੇ ਨੇ, ਘੜੀਆਂ ਹੀ ਦੇਖਦੇ ਰਹਿੰਦੇ। ਕਿੰਨਾ ਕੁ ਸਮਾਂ ਲੱਗਿਆ। ਸ਼ੰਕਾਵਾਦੀ ਪੁਰਖ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਹੀ ਗੱਲ ਘਰ ਕਰ ਜਾਂਦੀ ਹੈ ਕਿ ਅਸੀਂ ਤੇ ਸਿਰਫ ਸਮਾਂ ਦੇਖਣਾ ਕਿ ਸਮਾਂ ਕਿੰਨਾ ਕੁ ਲੱਗਿਆ। ਤਾਂ ਇਹਦਾ ਮਤਲਬ ਅਸੀਂ ਪੁੰਨ ਦੀ ਥਾਂ 'ਤੇ ਬਹੁਤ ਵੱਡਾ ਪਾਪ ਕਰਮ ਕਰ ਰਹੇ ਹਾਂ, ਜਿਹਦਾ ਸਾਨੂੰ ਪਤਾ ਵੀ ਨਹੀਂ ਹੈ। ਸਾਰੀ ਦੀ ਸਾਰੀ ਜ਼ਿੰਦਗੀ ਉਹਨਾਂ ਦੀ ਇੰਝ ਹੀ ਬਤੀਤ ਹੋ ਜਾਂਦੀ ਹੈ। ਦਿਨਾਂ ਦੇ ਨਾਲ ਵੀ ਨਾਪ ਤੋਲਦੇ ਨੇ ਬਥੇਰੇ। ਮੈਂ ਤੇ ਇੰਨੇ ਦਿਨ ਸੇਵਾ ਕੀਤੀ ਹੈ, ਇੰਨੇ ਮਹੀਨੇ ਸੇਵਾ ਕੀਤੀ ਹੈ, ਇੰਨੇ ਸਾਲ ਸੇਵਾ ਕੀਤੀ ਹੈ। ਲੈ ਦੱਸ, ਕੀ ਕੋਈ ਮਨੁੱਖ ਨੂੰ ਕਿੱਥੇ ਕਿੱਥੇ ਸਮਝਾਵੇ ਕੋਈ ਵੀ ਇਹ ਤੂੰ ਦਿਨਾਂ ਦੇ ਨਾਲ ਹੀ ਨਾਪੀ ਤੋਲੀ ਗਿਆ ਤੂੰ ਗੁਰਬਾਣੀ ਨੂੰ, ਦਿਨਾਂ ਦੇ ਨਾਲ, ਆਥਿਤਵਾਰ ਦੇ ਨਾਲ, ਦਿਨਾਂ ਦੇ ਨਾਲ, ਤਰੀਕਾਂ ਦੇ ਨਾਲ, ਇਹਨਾਂ ਦੇ ਨਾਲ ਨਾਪ ਤੋਲ ਕਰਦਾ ਗੁਰਬਾਣੀ ਦਾ, ਘੜੀ ਦੇ ਨਾਲ ਨਾਪ ਤੋਲ ਕਰਦਾ। ਘੜੀ ਦੇ ਨਾਲ ਨਾਪ ਤੋਲ ਜਿਹੜਾ ਗੁਰਬਾਣੀ ਦਾ ਕਰਦਾ ਤੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਘੜੀ ਦੇ ਨਾਲ ਕਦੀ ਵੀ ਤੂੰ ਨਾਪ ਤੋਲ ਨਾ ਕਰੀ। ਘੜੀ ਦੇ ਨਾਲ ਨਾਪ ਤੋਲ ਕਰਦਾ ਤੂੰ, ਸਮੇਂ ਦੇ ਨਾਲ, ਕਾਲ ਦੇ ਨਾਲ ਗੁਰਬਾਣੀ ਨੂੰ ਜੋੜਦਾ ਤੂੰ। ਇਹ ਮਨੁੱਖ ਦੀ ਫਿਤਰਤ ਬਣ ਗਈ ਹੈ ਕਿ ਮਨੁੱਖ ਜਿਹੜਾ ਹੈ ਇਹ ਹਮੇਸ਼ਾ ਹੀ ਪਰਮਾਤਮਾ ਦੇ ਸ਼ਬਦ ਨੂੰ ਸੁਣ ਕੇ ਰਾਜੀ ਨਹੀਂ ਹੈ। ਪਰਮਾਤਮਾ ਦੇ ਸ਼ਬਦ ਨੂੰ ਤੇ ਸਮੇਂ ਦੇ ਨਾਲ। ਤੇ ਸਮਾਂ ਕਿਹਦਾ ਦੇਖਦਾ ਹੈ? ਸਮਾਂ ਤਾਂ ਗ੍ਰੰਥੀ ਜਿਹੜਾ ਪੜ੍ਹੀ ਜਾਂਦਾ ਉਹਦਾ ਦੇਖਦਾ ਹੈ। ਮਹਾਰਾਜ ਕਹਿੰਦੇ ਤੂੰ ਆਪਣਾ ਸਮਾਂ ਦੇਖ, ਤੇਰਾ ਸਮਾਂ ਕਿੰਨਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਬਾਣੀ ਦੇ ਨਾਲ ਕੁਦਰਤੀ ਨਿਯਮਾਂ ਦੇ ਵਿੱਚ ਜਿੰਨੀਆਂ ਤੈਨੂੰ ਸਹੂਲਤਾਂ ਮਿਲੀਆਂ ਨੇ ਉਹ ਸਾਰੀ ਦੀਆਂ ਸਾਰੀਆਂ ਤੂੰ ਗੁਰਬਾਣੀ ਦੇ ਨਾਲ ਜੋੜ, ਨਾ ਕਿ ਗੁਰਬਾਣੀ ਨੂੰ ਉਹਨਾਂ ਦੇ ਨਾਲ ਜੋੜ। ਗੁਰਬਾਣੀ ਨੂੰ ਘੜੀ ਦੇ ਨਾਲ ਨਹੀਂ ਜੋੜਨਾ, ਸਮੇਂ ਦੇ ਨਾਲ, ਕਾਲ ਦੇ ਨਾਲ, ਮੌਤ ਦੇ ਨਾਲ ਨਹੀਂ ਜੋੜਨਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅਡੋਲ ਹੋ ਕੇ ਬੈਠ ਜਾ, ਤੈਨੂੰ ਪਤਾ ਹੀ ਨਾ ਲੱਗੇ ਕਿ 24 ਘੰਟੇ ਕਦੋਂ ਬਤੀਤ ਹੋ ਗਏ, ਪਤਾ ਹੀ ਨਾ ਲੱਗੇ। ਗੁਰਬਾਣੀ ਦੇ ਨਾਲ ਤੇ ਮਨੁੱਖ ਇੰਝ ਜੁੜ ਕੇ ਬੈਠੇ, ਪਤਾ ਹੀ ਨਾ ਲੱਗੇ ਇੰਨਾ ਸਮਾਂ ਕਿਵੇਂ ਬਤੀਤ ਹੋ ਗਿਆ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਦੀ ਗੱਲ ਸੁਣਨੀ ਹੈ, ਨਾ ਕਿ ਗੁਰੂ ਨੂੰ ਦਿਖਾਉਣਾ ਕਿ ਤੂੰ ਕਿੰਨਾ ਕੁ ਸਿਆਣਾ ਹੈ। ਦੁਨੀਆ ਤੇ ਆਪਣੇ ਦਿਖਾਵੇ ਕਰਦੀ ਹੈ ਕਿ ਅਸੀਂ ਕਿੰਨੇ ਕੁ ਸਿਆਣੇ ਹਾਂ, ਕਿੰਨੇ ਕੁ ਸਿਆਣੇ ਆ। ਬਥੇਰੇ ਦਿਖਾਵਾ ਕਰਨ ਵਾਲੇ ਇਸੇ ਮਿਲ ਜਾਂਦੇ ਨੇ। ਐਸੀ ਨਹੀਂ ਹੈ ਗੱਲ ਕੋਈ, ਦੁਨੀਆ ਬਹੁਤੀ ਸਿਆਣਪ ਰੱਖਣ ਵਾਲੇ ਬੜੇ ਸਿਆਣੇ ਮਿਲ ਜਾਂਦੇ। ਬਥੇਰੇ ਤੇ ਵਿਚਾਰੇ ਇਹੋ ਜਿਹੇ ਵੀ ਸਿਆਣੇ ਮਿਲ ਜਾਂਦੇ ਨੇ ਜਿਹੜੇ ਸਹਿਜ ਪਾਠ, ਅਖੰਡ ਪਾਠ ਆਰੰਭ ਕਰਵਾਇਆ ਉਹ ਕਾਪੀ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ। ਇੰਨੇ ਟਾਈਮ 'ਤੇ ਬਾਬਾ ਜੀ ਆਏ ਅਤੇ ਇੰਨੇ ਟਾਈਮ 'ਤੇ ਬਾਬਾ ਜੀ ਗਏ। ਇਹ ਸਾਨੂੰ ਬਥੇਰੇ ਮਿਲਦੇ ਨੇ। ਜ਼ਿੰਦਗੀ ਦੇ ਵਿੱਚ ਇੱਕ ਘਟਨਾ ਘਟੀ ਸੀ ਬਹੁਤ ਲੰਮਾ ਸਮਾਂ ਪਹਿਲਾਂ, ਤਕਰੀਬਨ 20 ਸਾਲ ਪਹਿਲਾਂ। ਉਹ ਬਜ਼ੁਰਗ ਜਦ ਮੈਂ ਜਾਇਆ ਕਰਾਂ ਸਹਿਜ ਪਾਠ 'ਤੇ ਮਸਤੂਆਣਾ ਸਾਹਿਬ ਤੋਂ ਤੇ ਲਿਖ ਲਿਆ ਕਰਨ, ਜਦ ਮੈਂ ਵਾਪਸ ਆਇਆ ਕਰਾਂ ਫਿਰ ਵੀ ਲਿਖ ਲਿਆ ਕਰਨ। ਮੈਂ ਕਿਹਾ ਤੁਸੀਂ ਲਿਖਦੇ ਕਿਉਂ? ਕਹਿੰਦੇ ਤੁਹਾਡਾ ਸਮਾਂ ਲਿਖਦੇ ਹਾਂ।
ਗੱਲਾਂ ਚੱਲੀਆਂ ਤੇ ਗੱਲਾਂ ਚੱਲੀਆਂ ਦੇ ਵਿੱਚ ਉਹ ਕਹਿੰਦੇ 48 ਘੰਟਿਆਂ ਦੇ ਵਿੱਚ ਅਖੰਡ ਪਾਠ ਹੁੰਦਾ ਤਾਂ 48 ਘੰਟਿਆਂ 'ਚ ਸਹਿਜ ਪਾਠ ਹੋ ਗਿਆ। ਮੈਂ ਕਿਹਾ ਜੀ ਠੀਕ ਹੈ। ਚਲੋ ਇਹ ਜਿਹੜੀ ਗੁਰਬਾਣੀ ਪੜ੍ਹਨੀ ਹੈ ਇਹ ਮਨੁੱਖ 48 ਘੰਟਿਆਂ ਦੇ ਵਿੱਚ ਵੀ ਪੜ੍ਹ ਸਕਦਾ ਹੈ, ਇਹ ਕੋਈ 40 ਘੰਟਿਆਂ ਦੇ ਵਿੱਚ ਵੀ ਪੜ੍ਹ ਸਕਦਾ ਹੈ, ਅਤੇ ਇਹ 'ਤੇ ਕੋਈ 60 ਘੰਟੇ ਵੀ ਲਾ ਸਕਦਾ ਹੈ, ਕੋਈ ਸਮਾਂ ਨਹੀਂ ਹੈ। ਮੈਂ ਕਿਹਾ ਚੱਲ ਤੁਸੀਂ ਲਿਖੀ ਜਾਓ। ਲਿਖੀ ਗਏ ਉਹ ਵਿਚਾਰੇ। ਜਦੋਂ ਭੋਗੋ ਤੋਂ ਇੱਕ ਦਿਨ ਪਹਿਲਾਂ ਆਇਆ 52 ਘੰਟੇ ਬਣ ਗਏ। ਹੁਣ ਆਮ ਤੇ 48 ਘੰਟੇ ਕਹੇ ਸੀ, ਉਹਨਾਂ ਨੇ 52 ਬਣ ਗਏ। ਕਹਿੰਦੇ ਜੀ ਚਲੋ ਹੁਣ ਕੱਲ੍ਹ ਨੂੰ ਭੋਗ ਦਾ ਦਿਨ ਹੈ, ਪਾਠ ਤੇ ਹੋ ਗਿਆ। ਮੈਂ ਕਿਹਾ ਵੀ ਤੁਹਾਨੂੰ ਕੌਣ ਕਹਿ ਗਿਆ ਵੀ ਪਾਠ ਹੋ ਗਿਆ? ਕਹਿੰਦੇ ਜੀ 52 ਘੰਟੇ ਪਾਠ ਤੇ ਲੱਗ ਗਏ, 9 ਦਿਨ ਪਾਠ ਰੱਖੇ ਨੂੰ ਹੋ ਗਏ, ਪਾਠ ਤੇ ਹੋ ਗਿਆ। ਮੈਂ ਕਿਹਾ ਤੁਹਾਨੂੰ ਤੇ ਪਤਾ ਹੀ ਕਿਸੇ ਗੱਲ, ਪਾਠ ਤੇ ਮੈਂ ਪੜ੍ਹਿਆ, ਤੁਹਾਨੂੰ ਕੀ ਪਤਾ ਲੱਗ ਗਿਆ ਪਾਠ ਹੋ ਗਿਆ? ਗਰੰਟੀ ਤੁਹਾਡੀ ਹੈਗੀ? ਮੈਂ ਕਿਹਾ ਜੀ ਪਾਠ ਨਹੀਂ ਹੋਇਆ, ਹਜੇ 10-15 ਘੰਟਿਆਂ ਦਾ ਹੋਰ ਪਾਠ ਪਿਆ। ਸਾਰਾ ਟੱਬਰ ਰਾਸ਼ਨ ਪਾਣੀ ਲਈ ਬੈਠੇ ਸੀ, ਬੜੇ ਚੱਕਰਾਂ 'ਚ ਪੈ ਗਏ ਵੀ ਹੁਣ ਕੀ ਕਰੀਏ। ਫਿਰ ਮੈਂ ਉਹਨਾਂ ਨੂੰ ਇਹ ਗੱਲ ਸਮਝਾਈ ਕਿ ਜਿਹੜੀ ਗੁਰਬਾਣੀ ਹੈ ਇਹਨਾਂ ਨੂੰ ਤੁਸੀਂ ਘੜੀ ਦੇ ਹਿਸਾਬ ਦੇ ਨਾਲ ਨਾ ਨਾਪੋ, ਤੋਲੋ ਨਾ ਗੁਰਬਾਣੀ ਨੂੰ ਘੜੀਆਂ ਦੇ ਹਿਸਾਬ ਦੇ ਨਾਲ। ਘੜੀ ਕਿਹਨੇ ਬਣਾਈ ਹੈ ਅਤੇ ਕੱਲ੍ਹ ਪਰਸੋਂ ਚੱਲੀਆਂ ਨੇ, ਕਿਹਦੇ ਕੋਲ ਘੜੀਆਂ ਹੁੰਦੀਆਂ ਸੀ? ਜਦ ਵੀ ਗੁਰਬਾਣੀ ਨੂੰ ਪੜ੍ਹਨਾ ਹੈ ਜਾਂ ਗੁਰਬਾਣੀ ਨੂੰ ਸੁਣਨਾ ਹੈ, ਉਹਨੂੰ ਸ਼ੰਕਾਵਾਦੀ ਹੋ ਕੇ ਪੜ੍ਹਨਾ ਸੁਣਨਾ ਨਹੀਂ ਹੈ। ਇਹ ਨਾ ਹੋਵੇ ਕਿਤੇ ਅਸੀਂ ਸਾਰਾ ਕੁਛ ਲਈਏ ਅਤੇ ਸਾਨੂੰ ਕੁਛ ਪ੍ਰਾਪਤੀ ਨਾ ਹੋਵੇ। ਧਨ ਵੀ ਖਰਚ ਦਈਏ, ਬੜਾ ਧਨ ਖਰਚ ਦਈਏ, ਸਾਨੂੰ ਕੁਛ ਪ੍ਰਾਪਤ ਨਾ ਹੋਵੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕੁਛ ਪ੍ਰਾਪਤੀ ਕਰ ਆਪਣੀ ਜ਼ਿੰਦਗੀ ਦੇ ਅੰਦਰ, ਕੁਛ ਪ੍ਰਾਪਤੀ ਕਰ। ਅਤੇ ਪ੍ਰਾਪਤੀ ਕਰਨ ਵਾਸਤੇ ਤੈਨੂੰ ਗੁਰੂ ਸਾਹਿਬ ਦੀ ਗੱਲ ਮੰਨਣੀ ਹੀ ਪੈਣੀ ਹੈ। ਸਾਰੀ ਜ਼ਿੰਦਗੀ ਕੁਆਰੀ ਰਹਿ ਕੇ ਪਦਮਾ ਨੇ ਕਲਗੀਧਰ ਮਹਾਰਾਜ ਦੀ ਗੱਲ ਮੰਨੀ ਤਾਂ ਬੜੀ ਸ਼ਾਇਰੀ ਲਿਖਦੀ ਰਹੀ। ਅਕਸਰ ਸੀ ਜਿਹੜੇ ਉਹਨੇ ਆਪਣੇ ਪਿਤਾ ਦੇ ਘਰ ਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੱਤੇ, ਪਰ ਸ਼ਾਦੀ ਨਹੀਂ ਕਰਵਾਈ ਸੀ। ਇਹਦੇ ਵਿੱਚ ਛੁਪਿਆ ਹੋਇਆ ਰਾਜ ਕੀ ਹੈ ਕਿ ਪਦਮਾ ਨੇ ਇੱਕ ਵਾਰੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਸੀ। ਅੱਜ ਦਾ ਮਨੁੱਖ ਤੇ ਕਰੋੜਾਂ ਵਾਰੀ ਦਰਸ਼ਨ ਕਰ ਰਿਹਾ, ਉਹ ਵੀ 10 ਪਾਤਸ਼ਾਹੀਆਂ ਦੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਕਿੱਥੇ ਜੇ ਬਦਲਾਅ ਆਇਆ ਜਾ ਕੇ, ਕਿੱਥੇ ਜੇ ਕੁਝ ਨਾ ਕੁਝ ਸੋਝੀ ਮਿਲੀ। ਕਿਉਂਕਿ ਮਨੁੱਖ ਜਿਹੜੀ ਆਪਣੀ ਸਿਆਣਪ ਹੈ ਉਹ ਛੱਡਣੀ ਨਹੀਂ ਚਾਹੁੰਦਾ। ਜਿੰਨਾ ਟਾਈਮ ਆਪਣੀ ਸਿਆਣਪ ਨਹੀਂ ਛੱਡਦਾ ਓਨਾ ਟਾਈਮ ਗੁਰੂ ਦੀ ਸਿਆਣਪ ਉਹਦੀ ਝੋਲੀ ਦੇ ਵਿੱਚ ਪੈਂਦੀ ਨਹੀਂ, ਓਨਾ ਟਾਈਮ ਗੁਰੂ ਦੀ ਸਿਆਣਪ ਨਹੀਂ ਪੈਂਦੀ। ਅਤੇ ਜੇ ਮਨੁੱਖ ਆਪਣੀ ਸਿਆਣਪ ਛੱਡੇ, ਗੁਰ ਕੀ ਮੱਤ ਤੋਂ ਲਹੇ ਇਹ ਆਨੇ, ਆਪਣੀ ਮੱਤ ਛੱਡ ਤੇ ਗੁਰੂ ਦੀ ਮੱਤ ਲੈ ਜਾ। ਮਨੁੱਖ ਆਪਣੀ ਮੱਤ ਛੱਡਣੀ ਨਹੀਂ ਚਾਹੁੰਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੈ ਕੋਈ। ਕੱਲੀਆਂ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ ਤੈਨੂੰ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚੋਂ ਛੱਡਣਾ ਪੈਣਾ। ਔਰ ਦੇਖੀ ਇਹ ਜ਼ਿੰਦਗੀ ਜਿਹੜੀ ਮਿਲੀ ਹੈ ਤੈਨੂੰ, ਇਸ ਜ਼ਿੰਦਗੀ ਦੇ ਵਿੱਚ ਨਿੱਤ ਛੋਟੀ ਮੌਤ ਦੇ ਤੂੰ ਵਸ ਪੈਣਾ। ਇੱਕ ਦਿਨ ਇਹੋ ਜਿਹਾ ਆਉਣਾ ਕਿ ਹੋ ਸਕਦਾ ਕਿ ਛੋਟੀ ਮੌਤ ਦੇ ਵਿੱਚ ਵੱਡੀ ਮੌਤ ਛੁਪੀ ਹੋਵੇ, ਅੰਮ੍ਰਿਤ ਵੇਲੇ ਜਾਗ ਹੀ ਨਾ ਆਵੇ। ਕੋਈ ਪਤਾ ਨਹੀਂ ਕਿਹਦਾ ਕਦੋਂ ਸਮਾਂ ਆ ਜਾਣਾ, ਕਿਵੇਂ ਸਮਾਂ ਆ ਜਾਣਾ, ਕਿਸੇ ਨੂੰ ਨਹੀਂ ਪਤਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਬਿਹਤਰ ਜ਼ਿੰਦਗੀ ਇਹੀ ਹੈ ਕਿ ਇੱਥੇ ਤੋਂ ਤੂੰ ਬਹੁਤ ਕੁਛ ਇਕੱਠਾ ਕਰ ਲਿਆ, ਆਪਣੇ ਘਰ ਮਕਾਨ ਦੇ ਵਿੱਚ ਰੋਟੀਆਂ ਦੇ ਅੰਬਾਰ ਲਾ ਲਏ ਨੇ, ਅਗਾਹਾਂ ਜਾਣ ਵਾਸਤੇ ਵੀ ਹੁਣ ਕੁਝ ਨਾ ਕੁਝ ਰਾਸ਼ਨ ਇਕੱਠਾ ਕਰ ਲੈ ਜਿਹੜਾ ਕਿ ਤੂੰ ਪਰਮਾਤਮਾ ਦੇ ਦਰ 'ਤੇ ਪਹੁੰਚਣਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਇਹ ਜਿਹੜਾ ਅਸੀਂ ਅੰਮ੍ਰਿਤ ਵੇਲੇ ਜਾਗਦੇ ਹਾਂ, ਪਰਮਾਤਮਾ ਬੜੀ ਵੱਡੀ ਬਖਸ਼ਿਸ਼ ਕਰਦਾ ਹੈ। ਇਸ ਅੰਮ੍ਰਿਤ ਵੇਲੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਸਰੀਰ ਨੂੰ ਹੋਰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਗੁਰੂ ਨਾਨਕ ਮਹਾਰਾਜ ਨੇ ਇਹ ਦਿਨ ਅਤੇ ਰਾਤ ਦੇ ਸੰਗਮ ਤੋਂ ਵਿਚਕਾਰ ਦਾ ਇੱਕ ਸਮਾਂ ਬਖਸ਼ਿਸ਼ ਕੀਤਾ ਹੈ। ਤਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ ਘਰ ਦੀ ਹਾਜ਼ਰੀ ਭਰਦੇ ਹਾਂ। ਦਰ ਘਰ ਦੀ ਹਾਜ਼ਰੀ ਭਰ ਕੇ ਆਪਣੇ ਜਨਮ ਦੇ ਕੁਛ ਪਲ, ਅਹਿਮ ਘੜੀਆਂ ਜਿਹੜੀਆਂ ਉਹ ਸਫਲੀਆਂ ਕਰਨ ਦੇ ਯਤਨ ਕਰਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ
ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।